Hello everyone, welcome to the session. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 4th ਲੈਸਨ ਰੇਨਬੋ ਬੁੱਕ 5th ਕਲਾਸ ਦਾ। ਤੇ ਆਓ ਸ਼ੁਰੂ ਕਰਦੇ ਹਾਂ। ਦ ਫਲਾਈਂਗ ਸਿੱਖ, ਮਿਲਖਾ ਸਿੰਘ। ਇਹ ਸਭ ਤੋਂ ਤੇਜ਼ ਦੌੜਨ ਵਾਲੇ ਇਨਸਾਨ ਦੇ ਬਾਰੇ ਹੈਗਾ ਹੈ ਪਾਠ, ਜਿਨ੍ਹਾਂ ਦਾ ਨਾਂ ਸੀ ਮਿਲਖਾ ਸਿੰਘ। ਆਬਜੈਕਟਿਵਸ ਕੀ ਨੇ? ਉਦੇਸ਼ to enable the students to develop descriptive skills and respond to textual questions. ਵਿਦਿਆਰਥੀਆਂ ਦਾ ਵਰਣਨਯੋਗ ਹੁਨਰ ਨੂੰ ਵਿਕਸਿਤ ਕਰਨਾ ਅਤੇ ਪਾਠ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਯੋਗ ਬਣਾਉਣਾ। To create interest of the students in sports, ਤੇ ਵਿਦਿਆਰਥੀਆਂ ਦੀ ਖੇਡ ਵਿੱਚ ਦਿਲਚਸਪੀ ਪੈਦਾ ਕਰਨਾ। To inculcate qualities like patience, courage, devotion and hard work among the students. ਬੱਚਿਆਂ ਦੇ ਵਿੱਚ ਸਬਰ, ਪੇਸ਼ੈਂਸ ਦਾ ਮਤਲਬ ਸਬਰ, courage ਹਿੰਮਤ, devotion ਦਾ ਮਤਲਬ ਹੁੰਦਾ ਹੈ ਸ਼ਰਧਾ, and hard work among the students ਦੇ ਮਿਹਨਤ ਵਰਗੇ ਗੁਣ ਉਹਨਾਂ ਵਿੱਚ ਪੈਦਾ ਕਰਨਾ। ਸ਼ੁਰੂ ਕਰਦੇ ਹਾਂ ਨਿਊ ਵਰਡਸ ਤੋਂ। ਨਵੇਂ ਸ਼ਬਦ। ਪਾਰਟੀਸ਼ਨ, ਇਸ ਦਾ ਮਤਲਬ ਹੁੰਦਾ ਹੈ ਵੰਡ ਕਰਨਾ। Witnessed, ਅੱਖਾਂ ਦੇ ਸਾਹਮਣੇ। famous, ਪ੍ਰਸਿੱਧ। distance, ਦੂਰੀ। events, ਪ੍ਰਤੀਯੋਗਿਤਾਵਾਂ। athletics, ਖੇਡ ਕੂਦ ਜਾਂ ਦੌੜਨਾ। awards, ਇਨਾਮ। donated, ਦਾਨ ਕੀਤਾ। ਪ੍ਰੀ ਰੀਡਿੰਗ, ਪੜ੍ਹਨ ਤੋਂ ਪਹਿਲਾਂ ਕੁਝ ਸਵਾਲ ਹੈਗੇ ਨੇ। do you like playing games? ਕੀ ਤੁਹਾਨੂੰ ਗੇਮਸ ਖੇਡਣਾ ਵਧੀਆ ਲੱਗਦਾ ਹੈ? ਤੇ ਮੈਂ ਲਿਖਾਂਗੀ yes, I am very fond of games. ਮੈਨੂੰ ਬਹੁਤ ਵਧੀਆ ਲੱਗਦਾ ਹੈ ਗੇਮਸ ਖੇਡਣਾ। name some games, ਕੁਝ ਖੇਡਾਂ ਦੇ ਨਾਂ ਦੱਸੋ। ਹਾਕੀ, ਕ੍ਰਿਕਟ, ਫੁੱਟਬਾਲ, ਕਬੱਡੀ, ਐਕਸੈਟਰਾ, ਯਾਨੀ ਕਿ ਹੋਰ ਵੀ ਹੈਗੇ ਨੇ। Who is your favorite sports person? ਤੁਹਾਡੇ ਪਸੰਦੀਦਾ ਖਿਡਾਰੀ ਕੌਣ ਹਨ? ਮੇਰੇ ਤਾਂ ਹੈਗੇ ਨੇ ਜੀ ਕਪਿਲ ਦੇਵ is my favorite sports person. ਹੁਣ ਸ਼ੁਰੂ ਕਰਦੇ ਹਾਂ ਮਿਲਖਾ ਸਿੰਘ ਜੀ ਬਾਰੇ। ਮਿਲਖਾ ਸਿੰਘ is one of India's greatest personality. ਮਿਲਖਾ ਸਿੰਘ ਭਾਰਤ ਦੀਆਂ ਮਹਾਨ ਹਸਤੀਆਂ ਵਿੱਚੋਂ ਇੱਕ ਹਨ। He is a famous athlete. ਉਹ ਇੱਕ ਮਸ਼ਹੂਰ ਐਥਲੀਟ ਹੈਗੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਖਿਡਾਰੀ, ਜਾਂ ਜੋ ਵੱਡੀਆਂ ਦੌੜਦੇ ਨੇ ਉਹਨਾਂ ਨੂੰ ਕਹੀਦਾ ਦੌੜਾਕ। ਮੈਂ ਇੱਥੇ ਲਿਖ ਦਿੰਦੀ ਹਾਂ ਦੌੜਾਕ। He is known as flying Sikh. ਉਹਨਾਂ ਨੂੰ flying Sikh ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। He was born in a Sikh Rathod Rajput family in Punjab in undivided India, now in Pakistan. ਤੇ ਉਹਨਾਂ ਦਾ ਜਨਮ ਵੰਡ ਤੋਂ ਪਹਿਲਾਂ ਭਾਰਤ ਦੇ ਪੰਜਾਬ, ਹੁਣ ਜੋ ਪਾਕਿਸਤਾਨ ਵਿੱਚ ਹੈ, ਦੇ ਸਿੱਖ ਰਾਠੌਰ ਰਾਜਪੂਤ ਪਰਿਵਾਰ ਵਿੱਚ ਹੋਇਆ। The partition of India happened when he was still a teenager. ਤੇ ਭਾਰਤ ਦੀ ਵੰਡ ਹੋਈ ਜਦੋਂ ਉਹ ਅਜੇ ਵੀ ਇੱਕ ਕਿਸ਼ੋਰ ਅਵਸਥਾ ਵਿੱਚ ਸੀ, ਜ਼ਿਆਦਾ ਵੱਡੇ ਨਹੀਂ ਹੋਏ ਸਨ। He witnessed the killing of his parents. ਤੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਮਾਤਾ ਪਿਤਾ ਜੀ ਦਾ ਕਤਲ ਹੁੰਦੇ ਦੇਖਿਆ। The last words of his father were ਭਾਗ ਮਿਲਖਾ ਭਾਗ, means run ਮਿਲਖਾ run. ਤੇ ਉਹਨਾਂ ਦੇ ਪਿਤਾ ਜੀ ਦੇ ਆਖਰੀ ਸ਼ਬਦ ਸਨ ਭਾਗ ਮਿਲਖਾ ਭਾਗ, ਜਿਸ ਦਾ ਅਰਥ ਹੈ ਦੌੜ, ਦੌੜੋ ਮਿਲਖਾ ਦੌੜੋ। This was a last minute plea to Milkha to run away and save his life. ਤੇ ਇਹ ਮਿਲਖਾ ਸਿੰਘ ਦੇ ਲਈ ਆਖਰੀ ਸੁਨੇਹਾ ਸੀ ਕਿ ਦੌੜੋ ਤੇ ਆਪਣੀ ਜਾਨ ਬਚਾਓ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। Milkha's school was at a distance of 10 kilometers from his home. ਮਿਲਖਾ ਦਾ ਸਕੂਲ ਉਹਨਾਂ ਦੇ ਘਰ ਤੋਂ 10 ਕਿਲੋਮੀਟਰ ਦੂਰ ਸੀ।
he had the habit of running to cover this distance every day. ਤੇ ਉਹਨਾਂ ਨੂੰ ਇਹ ਦੂਰੀ ਤੈਅ ਕਰਨ ਲਈ ਹਰ ਰੋਜ਼ ਦੌੜਨ ਦੀ ਆਦਤ ਸੀ। This habit helped him to become a good runner. ਤੇ ਉਹਨਾਂ ਦੀ ਇਸ ਆਦਤ ਨੇ ਉਹਨਾਂ ਨੂੰ ਇੱਕ ਵਧੀਆ ਦੌੜਾਕ ਬਣਾਉਣ ਵਿੱਚ ਸਹਾਇਤਾ ਕੀਤੀ। After partition, he came to India with his elder sister. ਤੇ ਵੰਡ ਤੋਂ ਬਾਅਦ ਉਹ ਆਪਣੀ ਵੱਡੀ ਭੈਣ ਦੇ ਨਾਲ ਭਾਰਤ ਆ ਗਏ। Later on, he tried to join the army. ਤੇ ਬਾਅਦ ਵਿੱਚ ਉਹਨਾਂ ਨੇ ਭਾਰਤੀ ਸੈਨਾ ਵਿੱਚ ਹਿੱਸਾ ਲੈਣ ਦਾ ਵੀ ਯਤਨ ਕੀਤਾ। He got selected in his fourth attempt in 1951 and was introduced to athletics. ਤੇ ਇੱਥੇ ਦੱਸਿਆ ਗਿਆ ਹੈ ਵੀ 1951 ਵਿੱਚ ਚੌਥੇ ਯਤਨ ਵਿੱਚ ਉਹਨਾਂ ਦੀ ਚੋਣ ਹੋ ਗਈ, ਉਹਨਾਂ ਦਾ ਦਾਖਲਾ ਹੋ ਗਿਆ, ਸਿਲੈਕਸ਼ਨ ਹੋ ਗਈ ਅਤੇ ਉਹ ਦੌੜਾਕ ਦੇ ਰੂਪ ਵਿੱਚ ਸ਼ਾਮਿਲ ਕਰ ਲਿੱਤੇ ਗਏ। Milkha Singh has made his motherland proud by winning several gold medals in the international sports event. Milkha Singh ਨੇ ਅੰਤਰਰਾਸ਼ਟਰੀ ਖੇਡ ਪ੍ਰਤੀਯੋਗਿਤਾ ਵਿੱਚ ਅਨੇਕ ਤਗਮੇ ਜਿੱਤ ਕੇ ਆਪਣੀ ਮਾਤ ਭੂਮੀ ਦਾ ਮਾਣ ਵਧਾਇਆ ਹੈ। He represented India in 1956 Olympic Games ਤੇ 1956 ਦੀ ਓਲੰਪਿਕ ਖੇਡਾਂ ਵਿੱਚ ਉਹਨਾਂ ਨੇ ਭਾਰਤ ਦੀ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ, ਭਾਰਤ ਪੱਖੋਂ ਹਿੱਸਾ ਲਿਆ। In the National Games of India, he set national records for 200 meter and 400 meter. ਭਾਰਤ ਦੀਆਂ ਰਾਸ਼ਟਰੀ ਖੇਡਾਂ ਵਿੱਚ ਉਹਨਾਂ ਨੇ 200 ਮੀਟਰ ਤੇ 400 ਮੀਟਰ ਦੀਆਂ ਦੌੜਾਂ ਵਿੱਚ ਰਾਸ਼ਟਰੀ ਰਿਕਾਰਡ ਕਮਾਏ ਹਨ। He also won a gold medal at the 400 meter competition in Commonwealth Games in 1958. 1958 ਦੀਆਂ ਕਾਮਨਵੈਲਥ ਖੇਡਾਂ ਵਿੱਚ 400 ਮੀਟਰ ਦੀ ਪ੍ਰਤੀਯੋਗਿਤਾ ਵਿੱਚ ਉਹਨਾਂ ਨੇ ਇੱਕ ਸੋਨੇ ਦਾ ਤਗਮਾ ਵੀ ਜਿੱਤਿਆ। He was the first Indian male to win an individual athletics gold medal. ਉਹ ਪਹਿਲੇ ਭਾਰਤੀ ਪੁਰਸ਼ ਖਿਡਾਰੀ ਸਨ ਜਿਨ੍ਹਾਂ ਨੇ ਵਿਅਕਤੀਗਤ ਸੋਨੇ ਦਾ ਤਗਮਾ ਜਿੱਤਿਆ, ਕੱਲੇ ਰਹਿ ਕੇ ਇੱਕ ਸੋਨੇ ਦਾ ਤਗਮਾ ਜਿੱਤ ਲਿਆ। ਅੱਗੇ ਹੈ Milkha Singh also won gold medal in Asian Games held in Tokyo, beating the Pakistani runner Abdul Khalik. Milkha Singh ਨੇ ਟੋਕੀਓ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਪਾਕਿਸਤਾਨ ਦੌੜਾਕ ਅਬਦੁਲ ਖਾਲਿਕ ਨੂੰ ਵੀ ਹਰਾ ਦਿੱਤਾ ਤੇ ਉਹਨਾਂ ਨੇ ਉੱਥੇ ਵੀ ਸੋਨੇ ਦਾ ਤਗਮਾ ਮੈਡਲ ਜਿੱਤਿਆ। He was invited by the President of Pakistan to take part in a race to be held in Pakistan, but he did not want to go there because of the bitter memories of the partition. ਉਹਨਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਪਾਕਿਸਤਾਨ ਵਿੱਚ ਹੋਣ ਵਾਲੀ ਦੌੜ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ, ਪਰ ਵੰਡ ਦੀਆਂ ਕੌੜੀਆਂ ਯਾਦਾਂ ਦੇ ਕਾਰਨ ਉਹ ਨਹੀਂ ਜਾਣਾ ਚਾਹੁੰਦੇ ਸਨ। At last, Pandit Jawaharlal Nehru convinced him to go. ਤੇ ਅੰਤ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਜਾਣ ਦੇ ਲਈ ਰਾਜ਼ੀ ਕਰ ਲਿਆ। Milkha Singh once again beat Abdul Khalik in the race. ਤੇ ਫਿਰ ਇੱਕ ਵਾਰ ਮਿਲਖਾ ਸਿੰਘ ਨੇ ਅਬਦੁਲ ਖਾਲਿਕ ਨੂੰ ਦੌੜ ਵਿੱਚ ਪਿੱਛੇ ਛੱਡ ਦਿੱਤਾ। The President of Pakistan was very much impressed. ਤੇ ਪਾਕਿਸਤਾਨ ਦੇ ਰਾਸ਼ਟਰਪਤੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। He remarked, Milkha, you did not run, you actually flew. ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਇਹ ਵੀ ਕਿਹਾ ਵੀ ਮਿਲਖਾ ਤੂੰ ਦੌੜਿਆ ਨਹੀਂ, ਅਸਲ ਵਿੱਚ ਤਾਂ ਤੂੰ ਉੱਡਿਆ ਸੀ। He gave the title of Flying Sikh to him. ਤੇ ਉਹਨਾਂ ਨੇ ਮਿਲਖਾ ਸਿੰਘ ਜੀ ਨੂੰ Flying Sikh ਦਾ ਖਿਤਾਬ ਵੀ ਦੇ ਦਿੱਤਾ। Thus Milkha Singh became popular as Flying Sikh. ਤੇ ਇਸ ਪ੍ਰਕਾਰ ਮਿਲਖਾ ਸਿੰਘ Flying Sikh ਦੇ ਨਾਂ ਦੇ ਨਾਲ ਲੋਕ ਪ੍ਰਸਿੱਧ ਹੋ ਗਏ। He was awarded the Padma Shri Award in 1859 for his achievements in sports. 1959 ਵਿੱਚ ਉਹਨਾਂ ਨੂੰ ਖੇਡਾਂ ਵਿੱਚ ਪ੍ਰਾਪਤ ਸਫਲਤਾ ਦੇ ਲਈ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। After retirement from the army, he became the director of sports in Punjab.
ਤੇ ਸੈਨਾ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਪੰਜਾਬ ਵਿੱਚ ਖੇਡ ਦੇ ਨਿਰਦੇਸ਼ਕ ਬਣ ਗਏ। ਹੀ ਡੋਨੇਟਡ all his medals to the nation ਤੇ ਉਹਨਾਂ ਨੇ ਆਪਣੇ ਸਾਰੇ ਤਗਮੇ ਰਾਸ਼ਟਰ ਦੇ ਨਾਂ ਕਰ ਦਿੱਤੇ। His life is a great inspiration for us ਤੇ ਉਹਨਾਂ ਦਾ ਜੀਵਨ ਸਾਡੇ ਲਈ ਪ੍ਰੇਰਣਾ ਦਾ ਇੱਕ ਮਹਾਨ ਸਰੋਤ ਹੈ। ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅੱਗੇ ਹੈ ਬੱਚਿਓ ਗਲੋਸਰੀ, ਜਿਹਦੇ ਵਿੱਚ ਆਪਾਂ ਨਵੇਂ ਸ਼ਬਦ ਸਿੱਖਦੇ ਹਾਂ। ਤਾਂ ਸਭ ਤੋਂ ਪਹਿਲਾ ਹੈਗਾ ਹੈ ਫੇਮਸ। ਫੇਮਸ ਦਾ ਮਤਲਬ ਹੁੰਦਾ ਹੈ ਮਸ਼ਹੂਰ ਹੋ ਜਾਣਾ। ਇੱਥੇ ਲਿਖਿਆ ਪਪੂਲਰ। ਐਥਲੀਟ, ਜਿਹਨੂੰ ਆਪਾਂ ਕਹਿੰਦੇ ਆ ਦੌੜਨ ਵਾਲਾ। the person trained to compete in sports ਖੇਡ ਵਿੱਚ ਮੁਕਾਬਲਾ ਕਰਨ ਲਈ ਜਿਨ੍ਹਾਂ ਨੇ ਮਿਹਨਤ ਕੀਤੀ ਹੋਏ, ਸਿਖਲਾਈ ਪ੍ਰਾਪਤ ਕੀਤੀ ਹੋਏ। ਪਾਰਟੀਸ਼ਨ, ਜਿਹਨੂੰ ਆਪਾਂ ਕਹੀਦਾ ਵੰਡ, ਡਿਵੀਜ਼ਨ। ਵਿਟਨੈਸਡ, ਦੇਖਿਆ ਗਿਆ, observed। ਅਟੈਂਪਟ, ਕੋਸ਼ਿਸ਼, ਟਰਾਈ। ਕਨਵਿੰਸਡ, ਯਕੀਨ ਦਿਲਵਾਇਆ। very sure, मतलब पक्का इरादा करवाता। डोनेटेड, दान कीता। गिव फॉर गुड कॉज, किसी चंगे कारण ਲਈ ਦੇ ਦੇਣਾ ਕੁਝ। इंस्पिरेशन, प्रेरणा, मोटिवेशन। एक्सरसाइज हैगी है बच्चों आगे। पहला क्वेश्चन है लेट्स आंसर। आओ उत्तर दइए। ए, आंसर द फॉलोइंग क्वेश्चंस। हेठ दिते प्रश्नां दे उत्तर दो। पहला प्रश्न है हु इज मिल्खा सिंह। मिल्खा सिंह कौन है? मिल्खा सिंह इज वन ऑफ इंडियाज ग्रेटेस्ट पर्सनैलिटीज। दूसरा सवाल, हाउ फार वॉज मिल्खा सिंह स्कूल फ्रॉम हिज होम। मिल्खा सिंह दा स्कूल उसके घर तो कितनी दूर सी? मिल्खा सिंह स्कूल was at a distance of 10 kilometers from his home. तीसरा सवाल, what was his achievement at the Commonwealth Games? Commonwealth खेलों विच उसकी प्राप्ति की सी? Milkha Singh won a gold medal in 400-meter competition at Commonwealth Games. अगला सवाल, who gave Milkha Singh the title of Flying Sikh? Milkha Singh ਨੂੰ Flying Sikh ਦਾ खिताब किसने दिता सी? The President of Pakistan gave Milkha Singh the title of the Flying Sikh. अगला है फिल इन द ब्लैंक्स, खाली थामा भरो। सब तो पहला है अब्दुल खलीक, द फ्लाइंग सिख, गोल्ड मेडल, सोने दा तगमा,
डायरेक्टर ऑफ स्पोर्ट्स, खेल निर्देशक, पद्म श्री एक पुरस्कार है। पहला है मिल्खा सिंह इज नोन एज, मिल्खा सिंह नू होर की कहा जाता है, ही इज नोन एज द फ्लाइंग सिख। He has won a dash in the Commonwealth Games, Commonwealth खेलों विच उन्होंने गोल्ड मेडल जीतया है। Third, he beat the Pakistani runner Abdul Khalik in Pakistan, उन्होंने पाकिस्तान का जिहड़ा एथलेटिक्स का बंदा सी ओनू भी हराता पाकिस्तान विच ही। Fourth, he was awarded the Padma Shri in 1959. He became dash in Punjab after his retirement from the army. He became director of sports. C part, right, true or false? सही या गलत दसो। Milkha Singh is also known as Little Master. Milkha Singh ਨੂੰ Little Master भी कहा जाता है, गलत। He came to India with his parents after partition. ਉਹ ਵੰਡ ਤੋਂ ਬਾਅਦ ਆਪਣੇ ਮਾਪਿਆਂ ਨਾਲ ਭਾਰਤ ਆਏ ਸਨ, ਗਲਤ। He was awarded the Padma Shri in 1959. ਉਹਨਾਂ ਨੂੰ ਪਦਮ ਸ਼੍ਰੀ 1959 ਵਿੱਚ ਦਿੱਤਾ ਗਿਆ ਸੀ या सम्मानित किया गया सी उहदे नाल, बिल्कुल ठीक। He became the education minister of Punjab. वो पंजाब दे सिक्ख्या मंत्री बने, जी नहीं। He donated all his medals to the nation. उन्होंने अपने सारे मेडल राष्ट्र नूं दान कर दिते, बिल्कुल। अगला है मेक सेंटेंसेस, वाक बनाओ इन्हां शब्दां नूं इस्तेमाल करके। सब तो पहला है एथलीट, माय elder brother is a good athlete. ਉਹ ਖੇਤ ਕੂਦ ਵਿੱਚ ਵਧੀਆ ਹੈਗਾ। gold, ਸੋਨਾ, gold is a costly metal. ਇਹ ਤਾਂ ਤੁਹਾਨੂੰ ਵੀ ਪਤਾ ਹੋਏਗਾ ਵੀ ਸੋਨਾ ਇੱਕ ਬਹੁਤ ਮਹਿੰਗੀ ਚੀਜ਼ ਹੈ। India, भारत, India is my country. Runner जो दौड़ता है, my sister is a good runner, वो वधिया दौड़ती है। Popular, मशहूर हो जाना, प्रसिद्ध हो जाना। पंडित नेहरू was a popular, प्रसिद्ध leader, नेता सन। Match the words under column A with their meanings under column B. ਇੱਥੇ ਸ਼ਬਦ ਦਿੱਤੇ ਹੋਏ ਨੇ, ਇਹਨਾਂ ਦੇ ਅਰਥ ਦੇ ਨਾਲ ਇਹਨਾਂ ਨੂੰ ਜੋੜਨਾ ਹੈ। ਪਹਿਲਾ ਹੈ ਪਪੂਲਰ, ਜਿਹਦਾ ਮਤਲਬ ਹੁੰਦਾ ਹੈ ਪ੍ਰਸਿੱਧ, ਆਪਾਂ ਕਹਿ ਸਕਦੇ ਹਾਂ ਫੇਮਸ, 1 ਨੰਬਰ। ਮੈਡਲਸ ਦੇ ਨਾਲ ਆਪਾਂ ਜੋੜਾਂਗੇ ਅਵਾਰਡਸ, ਠੀਕ ਹੈ। ਅਗਲਾ ਹੈ इंस्पिरेशन, प्रेरणा, ਉਹਦੇ ਨਾਲ आ जाएगा मोटिवेशन। डायरेक्टर, निर्देशक, चेयरमैन, इको गल। डिस्टेंस, दूरी या गैप। स्पोर्ट्स, खेडा या फिर ਆਪਾਂ ਕਹਿ ਸਕਦੇ ਹਾਂ गेम्स। ਅੱਗੇ ਚੱਲਦੇ ਹਾਂ ਵੋਕੈਬਲਰੀ, ਨਵੇਂ ਸ਼ਬਦ ਸਿੱਖਾਂਗੇ। ਇੱਥੇ ਲਿਖਿਆ ਆਈਡੈਂਟੀਫਾਈ ਐਂਡ ਰਾਈਟ ਦ ਨੇਮ ਆਫ ਸਪੋਰਟਸ ਇਨ ਦ ਗਿਵਨ ਪਿਕਚਰ। ਇੱਥੇ ਸਾਨੂੰ ਦਿੱਤੀ ਗਈ ਤਸਵੀਰ ਵਿੱਚ ਖੇਡ ਦਾ ਨਾਮ ਲਿਖਣਾ ਹੈ। ਪਹਿਲਾਂ ਪਛਾਣਨਾ ਹੈ ਵੀ ਕਿਹੜੀ ਖੇਡ ਖੇਡ ਰਹੇ ਨੇ ਬੱਚੇ। ਤਾਂ ਇੱਥੇ ਨਾਮ ਦਿੱਤੇ ਹੋਏ ਨੇ, ਮੈਂ ਪੜ੍ਹ ਦਿੰਦੀ ਹਾਂ। ਸਭ ਤੋਂ ਪਹਿਲਾਂ ਹੈਗਾ ਕ੍ਰਿਕਟ, ਫਿਰ ਹੈ ਫੁੱਟਬਾਲ, ਹਾਕੀ, ਬਾਸਕਟਬਾਲ, ਕਬੱਡੀ, ਖੋ ਖੋ, ਲੌਂਗ ਜੰਪ, बैडमिंटन। ये बच्चा खेल रहा है फुटबॉल, क्रिकेट, बैडमिंटन, रैकेट जिहड़ा खेलते हैगे आ। ये बच्चा
लॉन्ग जंप कर रहे हैं, बास्केटबॉल, हॉकी, कबड्डी, ये खेल रहे ने खो खो। आगे चलते हैं। A person who teaches us is called a teacher. What do we call the person who? ਇੱਥੇ ਦੱਸਿਆ ਗਿਆ ਇੱਕ ਵਿਅਕਤੀ ਜੋ ਸਾਨੂੰ ਸਿਖਾਉਂਦਾ ਹੈ, ਪੜਾਉਂਦਾ ਹੈ, ਉਸਨੂੰ ਅਸੀਂ ਅਧਿਆਪਕ ਕਹਿੰਦੇ ਆ। ਤੇ ਜੋ ਵਿਅਕਤੀ ਇਹ ਸਾਰੇ ਕੰਮ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ? ਜਿਵੇਂ ਸਭ ਤੋਂ ਪਹਿਲਾ ਹੈ ਸੈਲਸ ਮੈਡੀਸਿਨ, ਜੋ ਦਵਾਈਆਂ ਵੇਚਦਾ ਹੈ ਉਹਨੂੰ ਕਹੀਦਾ ਹੈ ਕੈਮਿਸਟ। ਸੈਲਸ ਵੈਜੀਟੇਬਲ, ਸਬਜ਼ੀਆਂ ਵੇਚਣ ਵਾਲੇ ਨੂੰ ਜਾਂ ਤਾਂ ਗ੍ਰੀਨ ਗਰੋਸਰ ਕਹਿੰਦੇ ਆ ਜਾਂ ਹੌਕਰ ਵੀ ਕਹਿ ਸਕਦੇ ਆ, ਵੈਜੀਟੇਬਲ ਵੈਂਡਰ। ਮੈਨਸ ਸ਼ੂਜ਼, ਜੋ ਜੁੱਤੀਆਂ ਠੀਕ ਕਰਦਾ ਹੈ, ਕੋਬਲਰ। ਸਰਵਸ ਫੂਡ ਇਨ ਹੋਟਲਸ, ਹੋਟਲਾਂ ਵਿੱਚ ਖਾਣਾ ਪਰੋਸਦਾ ਹੈ, ਵੇਟਰ। ਸਟਿਚਸ ਕਲੋਥਸ, ਕੱਪੜੇ ਬੁਣਦਾ ਹੈ, टेलर। डील्स इन गोल्ड, सोने का काम करता है, गोल्डस्मिथ। मेक्स फर्नीचर, टेबल चेयर ये सब कुछ बनाता है, कारपेंटर। 8th ग्रोस क्रॉप्स, सब्जियां फल उगाता है, फार्मर। टेक्स पार्ट इन रेस, दौड़ विच हिस्सा लेंदा है, एथलीट। ट्रीट्स द सिक, बीमारां दा इलाज करता है, डॉक्टर। आ देखो आ सारे शब्द इत्थे दिते हुए ने जो आपां हुणे वरते ने। एक हो गया डॉक्टर, तरखान कारपेंटर, गोल्डस्मिथ सुनियारा, कॉबलर मोची, वेटर बैरा, ग्रीन ग्रोसर सब्जियां बेचण वाला, टेलर दर्जी, केमिस्ट दवाइयां बेचण वाला, फार्मर किसान, एथलीट दौड़न वाला। अगे है बच्चों लैंग्वेज कॉर्नर। सिंपल प्रेजेंट टेंस, जद आपां हुण दी गल करीदी है ओनू कहीदा है सिंपल प्रेजेंट टेंस या वर्तमान काल। जिवें आई अपनी गल हो रही होई, यू किसी होर दी, ते प्लूरल यानी एक तो वध बंदियां दी गल हो रही होए। प्लूरल दा मतलब हुंदा है बहुवचन, जिवें वी, असी, दे, ओहो, चिल्ड्रन बहुत सारे बच्चे। ਇਹਦੇ ਨਾਲ ਜਾਂਦਾ है फर्स्ट फॉर्म ऑफ वर्ब। ਆਪਾਂ पढ़े सी ना 3 फॉर्म ऑफ वर्ब। आ देखो ਤੁਹਾਨੂੰ याद होएगा प्रेजेंट, पास्ट ते पास्ट पार्टिसिपल ते प्रेजेंट टेंस ਦੇ ਵਿੱਚ फर्स्ट फॉर्म ऑफ वर्ब लगता है ए वाला फॉर्म। ठीक है बच्चों, ते जे आपां गल करनी होए ही, शी या सिंगुलर नाउन दी, सिंगुलर दा मतलब एक वचन वाले नाम, जिवें वरुण, टीना, चाइल्ड, ਉਹ ਵੀ फर्स्ट फॉर्म ऑफ द वर्ब ही ਲੈਂਦਾ ਹੈਗਾ, पर ਉਹਦੇ ਨਾਲ एस या ईएस ਪਿੱਛੇ ਜੁੜ ਜਾਂਦਾ ਹੈ। ठीक है, ਕਿਰਿਆ ਦਾ ਪਹਿਲਾ ਫਾਰਮ ਹੀ, ਪਹਿਲਾ ਰੂਪ ਹੀ ਲੈਂਦਾ ਹੈ। प्रेजेंट ਵਿੱਚ ਪਹਿਲਾ ਰੂਪ ਹੀ ਲੱਗਦਾ ਹੈ। ਆਓ ਦੇਖੀਏ, ਇੱਥੇ ਲਿਖਿਆ ਰਾਈਟ ਸੈਂਟੈਂਸਸ from the tables given below in your notebook। ਹੇਠਾਂ ਦਿੱਤੇ ਟੇਬਲ ਵਿੱਚੋਂ ਵਾਕ ਬਣਾਓ। I get up at 6 o'clock, I go to school regularly, I work hard। उਵੇਂ ही we get up at 6 o'clock ਇਹ present tense ਹੋ ਗਿਆ ਸਾਰਾ ਦਾ ਸਾਰਾ। You go to school regularly, you work hard, they get up at 6 o'clock, they go to school regularly, they work hard। Golu and Meena get up at 6 o'clock, Golu and Meena go to school regularly, Golu and Meena work hard। ਇਹ ਵਾਕ ਬਣਾ ਕੇ ਆਪਾਂ ਲਿਖ ਲਾਂਗੇ, ਬਹੁਤ ਸਾਰੇ ਬਣ ਜਾਣਗੇ। ਉਵੇਂ ਹੀ ਹੀ ਦੇ ਨਾਲ ਦੇਖੋ ਆ ਪਿੱਛੇ ਐਸ ਲੱਗ ਗਿਆ है ना। मैं हुने दस्या सी फर्स्ट फॉर्म ऑफ वर्ब है बच्चों ए। को पीछे ईएस भी लग सकता है या फिर कला एस, एस या ईएस कुछ भी लग सकता है। ही, शी, इट सिंगुलर नाउन दे नाल भी।
ध्यान रखियो। ते इथे आ देखो सिंपल फर्स्ट फॉर्म ऑफ वर्ब, पीछे ना तो एस लग्या ना कुछ होर, ਇਹਨੂੰ ਫਰਸਟ ਫਾਰਮ ਆਫ ਵਰਬ ਕਹੀਦਾ ਤੇ ਇਹਨਾਂ ਸਾਰਿਆਂ ਨਾਲ ਫਰਸਟ ਫਾਰਮ ਆਫ ਵਰਬ ਤਾਂ ਲੱਗਦੀ ਹੈ, ਨਾਲ ਦੀ ਨਾਲ ਪਿੱਛੇ ਐਸ ਜਾਂ ਈਐਸ ਲੱਗ ਜਾਂਦਾ ਹੈ। ਆ ਦੇਖੋ ਧਿਆਨ ਨਾਲ ਦੇਖਿਓ, ਹੁਣ ਗੈਟ ਦਾ ਇੱਥੇ ਬਣ ਗਿਆ ਗੈਟਸ, ਪਿੱਛੇ ਐਸ ਲੱਗ ਗਿਆ। ਗੋ ਦਾ ਬਣ ਗਿਆ ਗੋਜ਼, ਵਰਕ ਦਾ ਬਣ ਗਿਆ ਵਰਕਸ। ਪ੍ਰੈਜ਼ੈਂਟ ਟੈਂਸ ਵਿੱਚ ਹੀ ਵੱਖ-ਵੱਖ ਚੀਜ਼ਾਂ ਦੇ ਨਾਲ, ਵੱਖ-ਵੱਖ ਨਾउन्स ਦੇ ਨਾਲ, ਪ੍ਰੋਨਾउंस ਦੇ ਨਾਲ ਆਪਾਂ ਐਸ ਜਾਂ ਈਐਸ ਲਾਈਦਾ। ठीक है बच्चों, एक टेबल जरूर याद कर लियो। हुण मैं थानू सेंटेंसेस लिख के दिखावांगी। I get up at 6 o'clock. First form of verb I ਦੇ ਨਾਲ go to school. रेगुलरली मैं रोजाना स्कूल जाता हाँ, उत्ते कहा गया मैं 6 बजे उठ जाता हाँ। आई वर्क हार्ड, मैं मेहनत करता हाँ। आ देखो पीछे एस या ईएस नहीं लाया आई दे नाल। उवे ही जे वी दी गल कीती जाए उहदे नाल भी एस या ईएस नहीं आएगा। वी गेट अप एट 6 o'clock। आ देखो फर्स्ट फॉर्म पर पीछे एस या ईएस नहीं लाया। वी go to school regularly, ये ਤੁਹਾਨੂੰ याद करना पएगा किदे नाल एस ते yes आंदा है। we work hard, किते भी एस या yes नहीं लग्या। हुण गल करदे हां you दी। you get up at 6 o'clock, तुसी 6 बजे उठ जाते हो। You go to school regularly, तुसी रोजाना स्कूल जाते हो। You work hard, तुसी मेहनत करते हो। आ देखो पीछे किते भी एस या ईएस नहीं लग्या। हुण दे नाल देखते हैं, दे नाल भी एस या ईएस नहीं लगता। दे get up at 6 o'clock, they go to school regularly, they work hard। फर्स्ट फॉर्म ऑफ वर्ब लाई। हुण प्लूरल दे नाल गोलू एंड मीना, दो लोकां दी गल कीती जा रही है। गेट अप एट 6 o'clock, ਇਹਦੇ ਨਾਲ ਵੀ एस या ईएस नहीं लाया। गोलू एंड मीना go to school regularly, ਇੱਥੇ ਵੀ एस या ईएस नहीं लाया। गोलू एंड मीना वर्क हार्ड, फिर कोई एस या ईएस नहीं है। ठीक है बच्चों, हुण आपां उन्हां दी गल करांगे जिहदे नाल आपां एस या ईएस लाईदा। ही गेट्स, पीछे एस आ गया, अप एट 6 o'clock, वो 6 बजे उठ जाता है। ही दे नाल पीछे एस आ जाएगा। ही गो दा बन जाएगा गोज टू स्कूल रेगुलरली। ही वर्क्स हार्ड, आ देखो पीछे एस लग गया। उवे ही जे शी होए, शी gets up at 6 o'clock, she goes to school regularly, she works hard। पीछे एस या ईएस वाली वरतों की गई है वर्ब दी। It gets up
at 6 o'clock, it ਦੇ ਨਾਲ ਵੀ s या es लगता है. It goes to school regularly. It works hard. ਉਵੇਂ ਹੀ ਮੰਨ ਲਓ ਜੇ ਇੱਕ ਇਨਸਾਨ ਦੀ ਗੱਲ ਕੀਤੀ ਗਈ ਹੈ ਜਿਵੇਂ ਗੋਲੂ. ਗੋਲੂ gets up at 6 o'clock. Golu goes to school regularly. Golu works hard. ਉਵੇਂ ਹੀ ਜਿਵੇਂ ਆਪਾਂ ਮੀਨਾ ਦੀ ਗੱਲ ਕਰ ਲਈਏ, ਮੀਨਾ gets up at 6 o'clock. Meena goes to school regularly. Meena works hard. आगे चलते हैं. C part है complete the following sentences with correct option. ਹੇਠ ਦਿੱਤੇ ਵਾਕਾਂ ਨੂੰ ਸਹੀ ਆਪਸ਼ਨ ਨਾਲ ਪੂਰਾ ਕਰੋ. ਸਿੰਪਲ ਪ੍ਰੈਜ਼ੈਂਟ ਟੈਂਸ ਵਰਤਣਾ ਹੈ ਵਰਤਮਾਨ ਕਾਲ. ਮਾਈ ਫਾਦਰ ਡੈਸ਼ ਅਪ अर्ਲੀ ਇਨ ਦ ਮਾਰਨਿੰਗ ਡੇਲੀ. ਇੱਕ ਬੰਦੇ ਦੀ ਗੱਲ ਕੀਤੀ ਜਾ ਰਹੀ ਹੈ. ਆਨਸਰ ਆਏਗਾ ਗੈਟਸ. ਮੇਰੇ ਪਿਤਾ ਜੀ ਰੋਜ਼ ਸਵੇਰੇ ਛੇਤੀ ਉੱਠ ਜਾਂਦੇ ਨੇ. ਹੀ ਡੈਸ਼ ਨਿਊਜ਼ਪੇਪਰ ਰੈਗੂਲਰਲੀ. ਹੀ ਰੀਡਸ ਨਿਊਜ਼ਪੇਪਰ. ਇੱਕ ਬੰਦੇ ਦੇ ਨਾਲ ਪਿੱਛੇ ਐਸ ਆ ਜਾਏਗਾ. We dash to school by bus. We ਇੱਕ ਤੋਂ ਵੱਧ ਬੰਦੇ ਹੋ ਗਏ. Go ਅਸੀਂ ਸਕੂਲ ਬੱਸ ਰਾਹੀਂ ਜਾਂਦੇ ਹਾਂ. My mother dash food for me. ਇੱਕ ਬੰਦਾ ਪਿੱਛੇ S cooks. I dash with my pet every evening. I ਦੇ ਨਾਲ S ਨਹੀਂ ਆਏਗਾ. Play. ਮੈਂ ਹਰ ਸ਼ਾਮ ਆਪਣੇ ਪਾਲਤੂ ਨਾਲ ਖੇਡਦਾ ਹਾਂ ਜਾਂ ਖੇਡਦੀ ਹਾਂ. They dash back home at 5:30. come या comes ਇੱਕ ਤੋਂ ਵੱਧ ਵੀ ਜਦ ਗੱਲ ਕੀਤੀ ਜਾਏ ਤਾਂ s ਨਹੀਂ ਆਂਦਾ, ਇੱਥੇ ਆਏਗਾ come. ਅਗਲਾ ਹੈ D. correct the underlined verb using simple present tense and rewrite the sentences. ਇੱਥੇ ਕੁਝ ਵਾਕ ਦਿੱਤੇ ਹੋਏ ਨੇ ਜੋ ਕਿ ਸਿੰਪਲ ਪ੍ਰੈਜ਼ੈਂਟ ਦੇ ਵਿੱਚ ਲਿਖੇ ਹੋਏ ਨੇ. ਜੇ ਇਹਨਾਂ ਵਿੱਚ ਕੋਈ ਗਲਤੀ ਹੈ ਤਾਂ ਇਹਨਾਂ ਨੂੰ ਠੀਕ ਕਰਕੇ ਲਿਖੋ. ਜਿਵੇਂ ਸਭ ਤੋਂ ਪਹਿਲਾ ਹੈ मीना plays daily. मीना रोजाना खेलती है. plays एक बंदे दे नाल पीछे s आएगा. बिल्कुल ठीक है, इन्हों इतना ही लिखी दा है. मीना plays daily. daily दा मतलब रोजाना. दूजा we eats boiled vegetables. ਅਸੀਂ ਉਬਾਲੇ हुई सब्जियां खांदे हैगे हां. eats नहीं आएगा बच्चों. बहुवचन दे नाल s नहीं आएगा. we eat boiled vegetables. The boys swims in the river. boys आ गए ना, पीछे s नहीं आएगा. एक तो वाद जी गल की जाए. The boys swim in the river. जिदा मतलब है मुंडे नदी विच तैरते हैं. अगला है रीना go for a मॉर्निंग वॉक. रीना सवेर दी सैर ਲਈ ਜਾਂਦੀ ਹੈ. गो नहीं आएगा. ਇੱਕ ਦੇ ਨਾਲ ਪਿੱਛੇ s या es ਲੱਗ ਜਾਂਦਾ ਹੈ. रीना goes for a morning walk. My friend climb up the tree very easily. मेरा दोस्त बहुत ही आसानी ਨਾਲ ਦਰਖਤ ਤੇ ਚੜ ਜਾਂਦਾ ਹੈ. climb नहीं आएगा. एक ही बंदे की गल हो रही है, पीछे s आएगा. My friend climbs आएगा. आगे है rearrange the words to make sentences. वाक बनाने ਲਈ ਸ਼ਬਦਾਂ ਨੂੰ ਠੀਕ ਢੰਗ ਨਾਲ ਲਿਖੋ. ਇੱਥੇ ਲਿਖਿਆ boy good is a he. पहला अखर कैपिटल,
he is a good boy. ਉਹ ਇੱਕ ਵਧੀਆ ਮੁੰਡਾ ਹੈ। Playing, he is football. He is playing football. ਉਹ ਫੁੱਟਬਾਲ ਖੇਡ ਰਿਹਾ ਹੈ। ਤੀਜਾ, going are home they. They are going home. ਉਹ ਆਪਣੇ ਘਰ ਜਾ ਰਹੇ ਨੇ। Books we many have. We have many books. ਸਾਡੇ ਕੋਲ ਬਹੁਤ ਕਿਤਾਬਾਂ ਨੇ। Lady kind is a grandmother. My grandmother is a kind lady. ਜਿਹਦਾ ਮਤਲਬ ਹੈ ਮੇਰੀ ਦਾਦੀ ਦਿਆਲੂ ਔਰਤ ਹੈ। ਅੱਗੇ ਹੈ listen, speak and enjoy. ਸੁਣੋ, ਬੋਲੋ ਅਤੇ ਆਨੰਦ ਲਓ। ਟੰਗ ਟਵਿਸਟਰ ਜਿਹੜਾ ਤੁਸੀਂ ਆਸਾਨੀ ਨਾਲ ਨਹੀਂ ਬੋਲ ਸਕਦੇ, ਤੇਜ਼ ਜੇ ਬੋਲਣਾ ਹੋਵੇ, ਕੋਸ਼ਿਸ਼ ਕਰਿਓ। I saw a saw that could not saw. ਇਹਨੂੰ ਤੁਸੀਂ 10 ਵਾਰ ਬੋਲ ਕੇ ਦੇਖਿਓ ਜੇ ਤੁਸੀਂ ਬੋਲ ਸਕਦੇ ਹੋ। I slit a sheet I slit. ਇਹਨੂੰ ਵੀ ਦੱਸਿਓ ਵੀ ਤੁਹਾਡੇ ਤੋਂ 10 ਵਾਰ ਬੋਲਿਆ ਗਿਆ ਜਾਂ ਨਹੀਂ। ਅੱਗੇ ਹੈਗਾ ਬੱਚਿਓ ਕਮਾਂਡਸ, ਜਿਹਦਾ ਮਤਲਬ ਹੁੰਦਾ ਹੈ ਕਿਸੇ ਨੂੰ ਕੋਈ ਕੰਮ ਕਹਿਣਾ। ਜਿਵੇਂ throw the ring, ਰਿੰਗ ਸੁੱਟੋ। run to the finish line, ਜਿਹਦਾ ਮਤਲਬ ਹੈ ਆਖਰੀ ਲਾਈਨ ਤੱਕ ਦੌੜੋ। hit the ball, ਗੇਂਦ ਨੂੰ ਮਾਰੋ। pick up the ball, ਗੇਂਦ ਨੂੰ ਚੁੱਕੋ। jump high, ਉੱਚਾ ਕੂਦੋ ਜਾਂ ਉੱਚੀ ਛਾਲ ਮਾਰੋ। ready steady go, ਜਿਹਦਾ ਮਤਲਬ ਹੈ ਦੌੜਨ ਲਈ ਤਿਆਰ ਹੋ ਜਾਓ ਜਾਂ ਕਿਸੇ ਵੀ ਕੰਮ ਲਈ ਤਿਆਰ ਹੋ ਜਾਓ। ਅੱਗੇ ਹੈਗਾ ਬੱਚਿਓ ਕਨਵਰਸੇਸ਼ਨ, ਜਿਹਨੂੰ ਆਪਾਂ ਕਹੀਦਾ ਗੱਲਬਾਤ। ਇਹ ਬੱਚਾ ਕਹਿੰਦਾ ਹਾਈ ਅਮਿਤ, will you play with me? hello ਅਮਿਤ, ਤੁਸੀਂ ਮੇਰੇ ਨਾਲ ਖੇਡੋਗੇ? yes I will. ਅਮਿਤ ਕਹਿੰਦਾ ਹਾਂਜੀ ਮੈਂ ਖੇਡਾਂਗਾ। let's play cricket, ਆਓ ਕ੍ਰਿਕਟ ਖੇਡੀਏ। okay let's play, ਆਓ ਫਿਰ ਖੇਡਦੇ ਹਾਂ। ਅੱਗੇ ਹੈ ਬੱਚਿਓ let's read, ਡਬਲ ਕੌਨਸੋਨੈਂਟ, ਜਿਹਦਾ ਮਤਲਬ ਹੈ ਆ ਦੇਖੋ A E I O U ਨੂੰ ਛੱਡ ਕੇ ਜਿਹੜੇ ਹੁੰਦੇ ਨੇ ਵੋਵਲਸ ਹੁੰਦੇ ਨੇ, ਜਿਹੜੇ ਬਾਕੀ ਲੈਟਰਸ ਹੁੰਦੇ ਨੇ ਉਹਨਾਂ ਨੂੰ ਕੌਨਸੋਨੈਂਟਸ ਕਹੀਦਾ। ਤੇ ਡਬਲ ਕੌਨਸੋਨੈਂਟ ਮਤਲਬ 2 ਵਾਰ ਇੱਕ ਹੀ ਸ਼ਬਦ ਆਇਆ ਹੋਇਆ ਹੈ, ਜਿਵੇਂ ਡਬਲ ਟੀ, ਡਬਲ ਪੀ, ਡਬਲ ਐਮ, ਡਬਲ ਆਰ, ਡਬਲ ਜ਼ੈਡ, ਡਬਲ ਐਲ। ਠੀਕ ਹੈ, ਆਓ ਬੋਲ ਕੇ ਦੇਖਦੇ ਹਾਂ ਤੇ ਮਤਲਬ ਵੀ ਸਮਝਦੇ ਹਾਂ। ਬਟਰ ਮੱਖਣ, better बेहतर, लेटर चिट्ठी, बिटर कौड़ा, लिटल थोड़ा या छोटा, किटन बिल्ली दा बच्चा, पपेट जिन्हों आपां कहीदा कठपुतली, समर गर्मी, मिडल विचकार, रैबिट खरगोश, एप्पल सेब, हैमर हथौड़ा, हैप्पी खुश, हरी जल्दी करो, फनी मजाकिया, सनी धुप हुई है, कैरेट गाजर, पैरेट तोता, कॉटन कपा, बटन जो कमीज ते हुंदा है, बॉटल पंजाबी च बोतल कहीदा है, पिलो सराणा, फेलो साथी, येलो पीला, बलून गुब्बारा, कैरी लेना या चुक के जाना, सॉरी मुआफ करना गलती हो गई जिवें आपां कहीदा है, पजल बुझारत। एक बार फिर पढ़ लेंदे आ। बटर बेटर, लेटर बिटर, लिटल किटन, puppet summer, middle rabbit, apple hammer, happy hurry, funny sunny, carrot parrot, cotton button, bottle, pillow, fellow, yellow, balloon, carry, sorry, puzzle। आगे है read the following paragraph, हेठ दिते पैरे नु पढ़ो।
A great batsman, Sachin Tendulkar was born on 24th April 1973 in Maharashtra. महान गेंदबाज सचिन तेंदुलकर ਦਾ ਜਨਮ 24 ਅਪ੍ਰੈਲ 1973 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ। He liked cricket since his childhood. ਉਹਨਾਂ ਨੂੰ ਬਚਪਨ ਤੋਂ ਹੀ ਕ੍ਰਿਕਟ ਪਸੰਦ ਸੀ। He was given the title Master Blaster for his wonderful performance in the field of cricket. ਕ੍ਰਿਕਟ ਦੇ ਖੇਤਰ ਵਿੱਚ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਹਨਾਂ ਨੂੰ ਖਿਤਾਬ ਮਿਲ ਗਿਆ ਸੀ ਮਾਸਟਰ ਬਲਾਸਟਰ ਦਾ। He holds several batting records. ਤੇ ਉਹਨਾਂ ਕੋਲ ਬਹੁਤ ਜ਼ਿਆਦਾ ਗੇਂਦਬਾਜ਼ੀ ਦੇ ਕਈ ਰਿਕਾਰਡ ਹੈਗੇ ਨੇ। He has perfect cricket skills. ਤੇ ਉਹਨਾਂ ਕੋਲ ਸੰਪੂਰਨ ਕ੍ਰਿਕਟ ਹੁਨਰ ਹੈ। He was conferred the Arjuna Award in 1994. ਉਹਨਾਂ ਨੂੰ 1994 ਵਿੱਚ ਅਰਜੁਨਾ ਅਵਾਰਡ ਮਿਲਿਆ, ਪੁਰਸਕਾਰ ਮਿਲਿਆ। The Rajiv Gandhi Khel Ratna Award in 1997-98 and Bharat Ratna in 2019. ਤੇ ਉਸ ਤੋਂ ਬਾਅਦ 1997-98 ਵਿੱਚ ਉਹਨਾਂ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਮਿਲਿਆ ਤੇ 2013 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸੀ ਸਚਿਨ ਤੇਂਦੁਲਕਰ ਬਾਰੇ। ਹੁਣ ਆਪਾਂ ਅੱਗੇ ਵਧਦੇ ਹਾਂ। ਲੈਟਸ ਰਾਈਟ। ਆਓ ਲਿਖਦੇ ਹਾਂ। ਫਿਲ ਇਨ ਦ ਬਲੈਂਕਸ ਯੂਜ਼ਿੰਗ ਦ ਗਿਵਨ ਵਰਡਸ। ਇਹ ਵਰਡਸ ਵਰਤ ਕੇ, ਇਸ ਸ਼ਬਦ ਦੀ ਵਰਤੋਂ ਕਰਕੇ ਆਪਾਂ ਇਹ ਖਾਲੀ ਥਾਵਾਂ ਪੜ੍ਹਨੀਆਂ ਨੇ। ਸਭ ਤੋਂ ਪਹਿਲਾ ਹੈ 11 11, ਫਰੈਂਡਸ दोस्त, कैप्टन कप्तान, गेम्स खेदा, फेवरेट पसंदीदा। माय फेवरेट गेम बारे आपा लिखना है। आई एम वेरी गुड एट गेम्स। मैं खेदा विच बहुत वधिया हाँ। फुटबॉल इज माय फेवरेट गेम। फुटबॉल मेरी मनपसंद खेल है। आई प्ले फुटबॉल विद माय फ्रेंड्स। मैं फुटबॉल अपने दोस्तां नाल खेडदा हां। We are dash team members. ਅਸੀਂ 11 team members ਹੈਗੇ ਆ। I am the dash of my team। ਤੇ ਮੈਂ ਆਪਣੀ ਟੀਮ ਦਾ ਕਪਤਾਨ ਹਾਂ ਜਾਂ ਫਿਰ ਕੈਪਟਨ। Value I learned। ਜੋ ਚੀਜ਼ ਮੈਂ ਸਿੱਖੀ ਜਾਂ ਜੋ ਮੁੱਲ ਮੈਂ ਸਿੱਖੇ ਉਹ ਹੈਗੇ ਨੇ। If you are not getting success, what will you do? ਇੱਥੇ ਲਿਖਿਆ ਗਿਆ ਜੇ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਤੁਸੀਂ ਕੀ ਕਰੋਗੇ। ਸਹੀ ਦਾ ਆਪਸ਼ਨ ਮਾਰਕ ਕਰਨਾ ਹੈ। ਸਭ ਤੋਂ ਪਹਿਲਾਂ ਲੂਜ਼ ਹੋਪ, ਕਿ ਤੁਸੀਂ ਹੌਸਲਾ ਛੱਡ ਦੋਗੇ, ਉਮੀਦ ਛੱਡ ਦੋਗੇ, ਬਿਲਕੁਲ ਵੀ ਨਹੀਂ। ਬੀ ਪੋਜ਼ਿਟਿਵ, ਸਕਾਰਾਤਮਕ ਬਣੋ, ਵਧੀਆ ਸੋਚੋ, ਬਿਲਕੁਲ ਠੀਕ ਹੈ ਜੀ। ਸਿਟ ਐਂਡ ਕਰਾਈ, बैठ के रोवोगे, बिल्कुल नहीं। ट्राई अगेन बाय पुटिंग मोर एफर्ट्स। और ज्यादा यत्न करके दोबारा कोशिश करोगे, बिल्कुल जी बिल्कुल, फिर मैं सफल हो जावांगा। आगे है बच्चों एक्टिविटी दी गई है। कलेक्ट इंफॉर्मेशन एंड कंप्लीट द फॉलोइंग टेबल। जानकारी इकट्ठी करो ते हेठा दिते जिहड़ा टेबल है ਉਹਦੇ ਵਿੱਚ ਭਰੋ। ਹੁਣ ਇੱਥੇ ਹੈਗੀ ਹੈ ਗੇਮਸ, ਖੇਡਾਂ, ਜਿਵੇਂ ਹਾਕੀ, ਟੈਨਿਸ, ਕ੍ਰਿਕਟ, ਫੁੱਟਬਾਲ, ਕਬੱਡੀ। ਇੱਥੇ ਪੁੱਛਿਆ ਹੈ ਨੰਬਰ ਆਫ ਪਲੇਅਰਸ, ਖਿਡਾਰੀਆਂ ਦੀ ਸੰਖਿਆ। ਆਰਟੀਕਲਸ ਨੀਡਡ, ਲੋੜ ਦੀਆਂ ਚੀਜ਼ਾਂ ਕੀ ਕੀ ਹੁੰਦੀਆਂ ਨੇ। ਨੇਮ ਆਫ ਫੇਮਸ ਪਲੇਅਰ, ਮਸ਼ਹੂਰ ਖਿਡਾਰੀ ਦਾ ਨਾਂ। ਆਪਾਂ ਸ਼ੁਰੂ ਕਰਦੇ ਹਾਂ ਹਾਕੀ ਤੋਂ। ਇਹਦੇ ਵਿੱਚ 11 ਖਿਡਾਰੀ ਚਾਹੀਦੇ ਹੁੰਦੇ ਨੇ। ਸਮਾਨ ਜੋ ਚਾਹੀਦਾ ਹੁੰਦਾ ਹੈ, ਇੱਕ ਸਟਿਕ ਐਂਡ ਬਾਲ। ਜੋ ਇਹਦੇ ਵਿੱਚ ਮਸ਼ਹੂਰ ਹੈਗੇ ਨੇ, ਧਿਆਨ ਚੰਦ ਬਹੁਤ ਮਸ਼ਹੂਰ ਖਿਡਾਰੀ ਨੇ ਹਾਕੀ ਦੇ। अगला है टेनिस, 2 या 4 खिडारी। रैकेट एंड बॉल। इन्हां दे खिडारी हैगे ने सानिया मिर्जा। क्रिकेट दे विच 11 चाहिदे हुंदे ने। बैट चाहिदा हुंदा है, बॉल ते नाल दी नाल विकेट्स। बहुत मशहूर खिडारी कपिल देव। ਤੁਸੀਂ ਆਪਣੇ ਮਨਪਸੰਦ ਵੀ ਲਿਖ ਸਕਦੇ ਹੋ। ਫੁੱਟਬਾਲ ਦੇ ਵਿੱਚ ਵੀ 11 ਖਿਡਾਰੀ ਹੁੰਦੇ ਨੇ। ਫੁੱਟਬਾਲ ਚਾਹੀਦੀ ਹੁੰਦੀ ਹੈ,
ਮੈਸੀ ਬਹੁਤ ਫੇਮਸ ਖਿਡਾਰੀ ਨੇ, ਮਸ਼ਹੂਰ ਨੇ। ਕਬੱਡੀ ਦੇ ਵਿੱਚ 7 ਈਚ, ਦੋਵਾਂ ਪਾਸਿਆਂ ਤੋਂ 7-7 ਖਿਡਾਰੀ ਚਾਹੀਦੇ ਹੁੰਦੇ ਨੇ। ਵੈਸੇ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਵੀ ਘੱਟ ਤੋਂ ਘੱਟ 10 ਤਾਂ ਹੋਣੀ ਚਾਹੀਦੇ, 7 ਤਾਂ ਇੱਕ ਟਾਈਮ ਤੇ ਮੈਦਾਨ ਵਿੱਚ ਹੁੰਦੇ ਨੇ, ਠੀਕ ਹੈ। 10 ਘੱਟ ਤੋਂ ਘੱਟ, ਵੱਧ ਤੋਂ ਵੱਧ ਜੇ ਆਪਾਂ ਰੱਖਨੇ ਆ ਤਾਂ 12 ਹਰ ਟੀਮ ਦੇ ਵਿੱਚ, ਠੀਕ ਹੈ ਬੱਚਿਓ। ਇਹਦੇ ਵਿੱਚ ਕੁਝ ਚਾਹੀਦਾ ਨਹੀਂ ਹੁੰਦਾ, ਬੰਦੇ ਆਪ ਹੀ ਖੇਲਦੇ ਨੇ। ਫੇਮਸ ਪਲੇਅਰ ਹੈਗੇ ਨੇ ਊਸ਼ਾ ਰਾਣੀ, ਠੀਕ ਹੈ ਬੱਚਿਓ। ਹੁਣ ਆਪਾਂ ਚੱਲਦੇ ਹਾਂ ਅੱਗੇ। ਇੱਥੇ ਲਿਖਿਆ ਥਿੰਕ ਓਵਰ ਇਟ, ਇਸ ਬਾਰੇ ਸੋਚੋ। ਇੰਡੀਆ ਇਜ਼ ਦ 7th ਲਾਰਜੈਸਟ ਕੰਟਰੀ ਇਨ ਦ ਵਰਲਡ ਬਾਈ ਏਰੀਆ, ਜਿਹਦਾ ਮਤਲਬ ਹੈ ਖੇਤਰਫਲ ਦੇ ਅਨੁਸਾਰ ਭਾਰਤ ਸੰਸਾਰ ਦਾ 7ਵਾਂ ਵੱਡਾ ਦੇਸ਼ ਹੈ। ਸੋਚੋ ਕਿੰਨੀ ਵੱਡੀ ਥਾਂ ਘੇਰਦਾ ਹੋਏਗਾ ਭਾਰਤ, ਹੈ ਕਿ ਨਹੀਂ ਬੱਚਿਓ। 7ਵੇਂ ਨੰਬਰ ਤੇ ਆਉਂਦੇ ਹਾਂ ਅਸੀਂ। ਤੇ ਇਹ ਸੀ ਅੱਜ ਦੀ ਕਲਾਸ। ਹੁਣ ਆਪਾਂ ਅਗਲੀ ਕਲਾਸ ਮਿਲਾਂਗੇ, ਤਦ ਤੱਕ ਟੇਕ ਕੇਅਰ, ਬਾਏ ਬਾਏ।